अस्सलाम वालेकुम दोस्तों, आपका मेज़बान हाफिज़ वकास आपकी खिदमत में हाज़िर है। आज हम जो सूरत हाल नज़र आ रही है मार्केट में गंदम की या फिर जो बिजाइयों का सिलसिला जारी है उसका, इस सिलसिले को मद्देनज़र रखते हुए मेरा दिल किया कि कैसे ज़मींदार से मिला जाए। तो एक तो पहले बंदे जो है गंदम के रेट से परेशान है। गंदम की एवरेज तो वो तो जो नसीब है बंदे का, चलो वो आ गई, तो अब उसका जो रेट है उसके इससे बहुत परेशान है। तो इसी परेशानी की हालत में वो अब अपनी वो जो काश्त है नई, चाहे वो तिली काश्त कर रहे हैं, चाहे वो मूंगी काश्त कर रहे हैं, चाहे वो कपास काश्त कर रहे हैं। जैसे कुछ दोस्तों ने कपास काश्त की, ऊपर से बारिश आई, वो कपास उनकी जर्मिनेट ना कर सकी, तो वो परेशानी उनके लिए बनी। और अब हम एक ऐसे दोस्त के पास आए हैं, उनसे मिलाते हैं। उनका रवैया और उनका वो डिसहार्ट तो नहीं हुए गवर्नमेंट के पॉलिसियों से या फिर वो जो है हालात वाक़यात से। मैं ये समझता हूँ कि जो ज़िम्मेदार है वो बादशाह होता है। बादशाह मतलब वो मकसद बिल्कुल इन चीज़ों से बिल्कुल साइड पे होके वो सोचता है। उसका ज़िम्मेदार की सोच और एक बिजनेसमैन की सोच का बहुत ज़मीन आसमान का फ़र्क होता है। तो हम एक ज़िम्मेदार से भी मिलाते हैं आपको। वो क्या कहता है कि उसकी एक तिली की फसल थी काश की TS6 मेरे ख्याल में, तो वो नहीं उसकी मेरे ख्याल में जर्मिनेट पूरी हो सकी, तो उसी के खेत में खड़े हैं, दोबारा वो काश करना चाह रहा है। तो आज हम उनसे मिलाते हैं जी हम उनसे मिलाते हैं जी। चौर साहब तुहाडे खेत 'च बैठे हैं जी, की कर रहे हो? रेत दे विच बीज मलाई जा रहे हो? विकास भाई ਜਿਹੜਾ ਨਾ ਤੀਲੀ ਲੱਗੇ ਬੀਜਣ, हाँ ਉਹ ਸਿਆਣਿਆਂ ਦੀ ਮਿਸਾਲ ਹੈ ਕਿ ਮੂਸਾ ਡਰੇ ਮੌਤ ਤੋਂ ਤਾਂ ਮੌਤ ਮੋਰੇ। वाह ठीक है। ਹੋਇਆ ਇਸ ਤਰੀਕੇ ਵੀ ਪਿਛਲੀ ਵਾਰੀ ਜਿਹੜੀ ਹੈ ਨਾ TH5 ਬੀਜੀ ਝਾੜੀਦਾਰ, हाँ ਉਹਦੇ 'ਚੋਂ ਆਮਦਨ ਇੰਨੀ ਕੁ ਹੋਈ ਵੀ ਕਿੱਲੇ 'ਚੋਂ 5 ਕਿਲੋ ਫੱਕ ਨਿਕਲੀ ਸਿਰ 22,000 ਖਰਚੇ ਤੋਂ ਬਾਅਦ। ਇਹ ਤੇ ਜ਼ੁਲਮ ਦੀ ਇੰਤਹਾ ਹੈ। ਹੁਣ ਮੈਨੂੰ ਹਾਸਾ ਵੀ ਆ ਰਿਹਾ ਤੁਹਾਡੀ ਗੱਲ ਸੁਣ ਕੇ। ਇਸ ਵਾਰੀ ਜਿਹੜਾ ਨਾ ਦੁਬਾਰਾ TH6 ਦੀ ਕਾਸ਼ਤ ਕੀਤੀ ਸਹੀ ਅਪ੍ਰੈਲ ਦੀ 22-23 ਤਰੀਕ ਨੂੰ। ਹਾਂ ਉਸ ਤੋਂ ਬਾਅਦ ਜਿਹੜਾ ਨਾ ਉਹ ਜੰਮੀ ਕੋਈ ਨਹੀਂ। ਓਏ ਹੋਏ, ਅੱਛਾ। 3 ਹਿੱਸੇ ਉਹਦੀ ਜਿਹੜੀ ਹੈ ਨਾ ਜਰਮੀਨੇਸ਼ਨ ਨਹੀਂ ਹੋਈ ਤੇ 1 ਹਿੱਸਾ ਹੋਈ ਹੈ। ਹੁਣ ਦੁਬਾਰਾ ਫਿਰ ਜਿਹੜਾ ਨਾ ਬੀਜਣ ਲੱਗੇ ਆ TH6। ਹੁਣ ਦੇਖੋ ਆ ਕੀ ਚੰਨ ਚੜ੍ਹਦੀ ਹੈ। ਉੱਤੋਂ ਹਾਲਾਤ ਇਸ ਤਰੀਕੇ ਦੇ ਆ ਵੀ ਕਣਕ ਪਹਿਲੇ ਤੇ ਜਿਹੜੀ ਹੈ ਨਾ ਉਹਦੀ ਪੈਦਾਵਾਰ ਨਾ ਹੋਣ ਦੇ ਬਰਾਬਰ ਹੋਈ ਹੈ, ਜਿਹੜੀ ਮੁਕੱਦਰਾਂ ਸੀ ਉਹ ਲੱਭ ਗਈ। ਉਸ ਤੋਂ ਬਾਅਦ ਜਿਹੜਾ ਨਾ ਕਣਕ ਦੇ ਹਾਲਾਤ ਇਸ ਤਰੀਕੇ ਹੈਗੇ, ਕਿਸਾਨ ਜ਼ਲੀਲ ਹੋਇਆ ਪਿਆ। ਮਹਿੰਗੀ ਹਰ ਚੀਜ਼, ਸਪਰੇਅ ਖਾਦ ਪਾਉਣ ਤੋਂ ਬਾਅਦ ਆਪਣੀ ਫਸਲ ਦੂਸਰੇ ਦੇ ਜਿਹੜਾ ਨਾ ਦਰਵਾਜ਼ੇ 'ਤੇ ਸਿੱਟ ਕੇ ਉਹਦੇ ਮੂੰਹ ਵੱਲ ਯਤੀਮਾ ਮਸਕੀਨਾਂ ਤਰ੍ਹਾਂ ਦੇਖਦਾ ਹੈ ਵੀ ਜਿਹੜਾ ਨਾ ਯਾਰ ਲਾਓ ਮੇਰੀ ਫਸਲ ਦਾ ਕੀ ਰੇਟ ਲਾਣਾ। ਹਾਲਾਂਕਿ ਜਹਾਨ 'ਤੇ ਜਿਹੜੀ ਵੀ ਚੀਜ਼ ਹੈ ਉਹਦਾ ਅਗਲਾ ਵੇਚਣ ਵਾਲਾ ਆਪਣੀ ਚੀਜ਼ ਦਾ ਰੇਟ ਦੀ ਡਿਮਾਂਡ ਪਹਿਲੇ ਆਪ ਕਰਦਾ, ਉਸ ਤੋਂ ਬਾਅਦ ਦੂਸਰੀ ਕਰਦਾ। ਜੀ मतलब सारे अखराजात उस चीज़ से पा के तो फिर वो रेट बनाना ना। हाँ, बिजनेस का असूल है। ਹੁਣ ਇਸ ਤਰੀਕੇ ਹੈਗੇ ਵੀ ਠੇਕੇ ਪਹਿਲੇ ਜਿਹੜੇ ਨਾ ਮਹਿੰਗੇ ਲਏ ਹੋਏ ਆ, ਫਸਲ ਦਾ ਰੇਟ ਕੋਈ ਨਹੀਂ। ਉਸ ਤੋਂ ਬਾਅਦ ਜਿਹੜੀਆਂ ਨਾ ਉਹਦੀ ਆਊਟਪੁੱਟ ਇਸ ਤਰੀਕੇ ਦੀ ਕੋਈ ਨਹੀਂ ਕਿ ਵੀ ਨਾ ਹਕੂਮਤ ਖਰੀਦ ਰਹੀ ਹੈ ਨਾ ਮਾਰਕੀਟ 'ਚ ਕੋਈ ਰੇਟ ਹੈ। ਠੇਕੇਦਾਰ ਜਿਹੜਾ ਨਾ ਬਿਲਕੁਲ ਪਿਸ ਚੁੱਕਿਆ ਹੋਇਆ। ਜ਼ਿਮੀਂਦਾਰ ਜਿਹਦਾ ਆਪਣਾ ਜ਼ਾਤੀ ਜ਼ਿਮੀਂਦਾਰ ਆ, ਉਹ ਫਿਰ ਵੀ ਕੋਈ ਗੁਜ਼ਾਰੇ ਵਾਲੀ ਗੱਲ ਹੈ ਵੀ ਉਹਨੂੰ ਵਿਚਾਰੇ ਨੂੰ ਠੇਕਾ ਨਹੀਂ ਦੇਣਾ ਪੈਂਦਾ। ਅਸੀਂ ਹੁਣ ਦੁਬਾਰਾ ਦੁਆ ਅੱਲਾਹ ਤਾਲਾ ਦੇ ਘਰ ਵੀ ਜਿਹੜਾ ਨਾ ਦੁਬਾਰਾ ਇਹਦੀ ਪੈਦਾਵਾਰ ਅੱਛੀ ਹੋਵੇ, ਜੰਮ ਅੱਛੇ ਤਰੀਕੇ ਜਾਵੇ, ਤੇ ਫਿਰ ਕੋਈ ਦਿਲ ਨੂੰ ਤਸੱਲੀ ਵਾਲੀ ਗੱਲ ਹੈ। ਨਹੀਂ ਤੇ ਜਿਹੜਾ ਨਾ ਆਂਦੇ ਸਾਲ ਤੋਂ ਫਿਰ ਜਿਹੜੀ ਨਾ ਤੀਲੀ ਨੂੰ ਅੱਲਾ ਹਾਫਿਜ਼ ਦੀ। ਅੱਛਾ, ਤਾਂ ਮੈਨੂੰ ਇਹ ਦੱਸੋ, ਇਹ ਤੁਸੀਂ ਤੁਹਾਡੇ ਖੇਤ 'ਚ ਹੀ ਬੈਠੇ ਆ, ਇਹ ਜਿਹੜਾ ਖੇਤ ਹੈ ਬਿਲਕੁਲ ਜਰਮੀਨੇਸ਼ਨ ਇੱਥੇ ਹੋਈ ਨਹੀਂ, ਤੇ ਕਿੰਨਾ ਕੁ ਖਰਚਾ ਆ ਜਾਂਦਾ ਜੇ ਇੱਕ ਵਾਰੀ ਜ਼ਿਮੀਂਦਾਰ ਮਿਸਾਲ ਦੇ ਤੌਰ 'ਤੇ ਤਿਲੀ 'ਤੇ ਬੈਠੇ ਆ, ਤਿਲੀ ਦੀ ਗੱਲ ਕਰ ਲਈਏ, ਦੁਬਾਰਾ ਤੋਂ ਇੱਕ ਤਾਂ ਤੁਸੀਂ ਬੀ ਲੈ ਕੇ ਆਏ ਹੋ, ਉਹ ਟਰੈਕਟਰ ਆ ਰਿਹਾ, ਉਹ ਨਜ਼ਰ ਵੀ ਆ ਰਿਹਾ ਮੈਨੂੰ, ਟਰੈਕਟਰ ਵੀ ਆ ਰਿਹਾ, ਟਰੈਕਟਰ ਵਾਲਾ ਭਾਈ ਵੀ ਆ ਰਿਹਾ, ਕਿੰਨਾ ਖਰਚਾ ਕਰ ਲਿਆ ਪਹਿਲੇ? ਤੇ ਜੀ ਹਾਫਿਜ਼ ਭਾਈ ਪਹਿਲੇ ਸਭ ਤੋਂ ਪਹਿਲੇ ਇਹਦੀ ਰੋਣੀ ਕੀਤੀ ਕਿੱਲੇ ਦੀ। ਤੁਸੀਂ 15 ਲੀਟਰ ਡੀਜ਼ਲ ਰੋਣੀ ਦਾ ਲਾ ਲਓ। ਅੱਛਾ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਹੈ ਨਾ ਬਜਾਈ ਦੇ ਟਾਈਮ ਇੱਕ 10 ਕਿਲੋ ਵਾਲਾ ਦਾਣੇ ਦਾ ਸਲਫਰ ਪਾਇਆ, 2700 3000 ਦਾ ਤਕਰੀਬਨ। ਫਿਰ 24-2500 ਦੀ ਬੀਜ ਦੀ ਥੈਲੀ ਪਾਈ ਹੈ। ਸਹੀ। ਉਸ ਤੋਂ ਬਾਅਦ ਫਿਰ ਹਲਦੀ ਬਹਾਈ ਹੈ। ਠੀਕ ਹੈ। ਬਹਾਈ ਤੋਂ ਬਾਅਦ ਜਿਹੜਾ ਨਾ ਫਿਰ ਇੰਤਜ਼ਾਰ ਕੀਤਾ ਜੰਮ ਜਾਏਗੀ 15-16 ਦਿਨ ਤੋਂ ਬਾਅਦ, ਜਿਹੜਾ ਨਾ ਹੋਣ ਦੇ ਬਰਾਬਰ ਜਮਾਈ ਕੀਤੀ ਹੈ। ਸਹੀ। ਹੁਣ ਦੁਬਾਰਾ ਤੋਂ ਫਿਰ ਜਿਹੜਾ ਨਾ ਇਹਨੂੰ 2500 ਦਾ ਫਿਰ ਬੀਜ ਲਿਆ TH6। ਸਹੀ। ਦੁਬਾਰਾ ਬਜਾਈ ਕਰਾਂਗੇ, ਫਿਰ ਉਹਦਾ ਜਿਹੜਾ ਨਾ ਹਲ ਦੀ ਵਹਾਈ ਹੋਏਗੀ। ਉਸ ਤੋਂ ਬਾਅਦ ਬਾਕੀ ਖਰਚਾ ਮਾਮਲਾਤ
ਮੌਕੇ ਦੀ ਮੁਨਾਸਬਤ ਨਾਲ ਸਪਰੇ ਹੈ, ਖਾਦ ਹੈ, ਜਿਹੜੀ ਚੀਜ਼ ਵੀ ਹੈ ਮਕਸਦ ਐਕਸਟਰਾ ਹੈ। ਹਾਂ, ਬੁਨਿਆਦ ਜਿਸ ਵੀ ਮਤਲਬ ਫਸਲ ਦੀ ਨਾ ਉਹ ਜ਼ਿਮੀਦਾਰ ਦੀ ਬੜੀ ਮੁਸ਼ਕਲ ਹੁੰਦੀ ਹੈ। ਤੇ ਇਸ ਚੀਜ਼ ਨੂੰ ਉਹ ਜਿਹੜੇ ਸ਼ਹਿਰ 'ਚ ਬੈਠੇ ਨਾ, ਮੈਂ ਕਹਿੰਦਾ ਮੰਮੀ ਡੈਡੀ ਲੋਕ ਜਿਹੜੇ ਪੁਲੀਸੀਆਂ ਵੜਾ ਰਹੇ ਨਾ, ਉਹ ਇਹ ਚੀਜ਼ਾਂ ਨੂੰ ਜ਼ਰਾ ਗੌਰ ਕਰਨ, ਜ਼ਿਮੀਦਾਰ ਕਿਸ ਤਰ੍ਹਾਂ ਪਿਸ ਰਿਹਾ ਹੁੰਦਾ, ਕਿਸ ਮੁਸ਼ਕਲਾਂ 'ਚੋਂ ਗੁਜ਼ਰ ਰਿਹਾ ਹੁੰਦਾ। ਤੇ ਅੱਜ ਤੁਹਾਨੂੰ ਮਿਲਾਉਣ ਦਾ ਮਕਸਦ ਇਸ਼ਤਿਆਕ ਸਾਹਿਬ ਨੂੰ ਇਹੀ ਸੀਗਾ ਵੀ ਉਹਦੀ ਦਾਸਤਾਨ ਸੁਣੋ ਤਾਂ ਸਹੀ ਯਾਰ। ਭਾਈ ਇਸ ਤਰੀਕੇ ਆ ਕਿ ਮੰਮੀ ਡੈਡੀ ਤੁਹਾਡੇ ਕਹਿਣ ਦੇ ਮੁਤਾਬਕ ਜਿਹੜੇ ਲੋਕ ਹੈ ਨਾ, ਉਹ ਸਾਡਾ ਉਹਨਾਂ ਕਣਕ ਦੀ ਮਣ ਦਾ ਰੇਟ ਹੈ ਤੇ ਉਹਨੇ ਦਾ ਉਹ ਪੀਜ਼ਾ ਖਾ ਲੈਂਦੇ ਇੱਕ ਟਾਈਮ ਦਾ। ਇਹਦੇ ਨਾਲ ਬੰਦਾ ਰੱਜਦਾ ਕੋਈ ਨਹੀਂ ਚੱਜ ਨਾਲ। ਬਿਲਕੁਲ ਇਹ ਬਿਲਕੁਲ ਹਾਲਾਤ ਹੈ, ਉਹਨਾਂ ਨੂੰ ਕੀ ਪਤਾ ਦੁੱਖ ਤਕਲੀਫਾਂ ਕਿਸਾਨਾਂ ਦੀਆਂ, ਜ਼ਿਮੀਂਦਾਰਾਂ ਦੀਆਂ ਕੀ ਹੈ ਕੀ ਨਹੀਂ ਹੈ। ਔਰ ਟਰੈਕਟਰ ਵਾਲਾ ਆ ਗਿਆ ਜੀ, ਅੱਗੇ ਉਹਦੇ ਕਾਫੀ ਸਾਰੇ ਪੈਸੇ ਬਣੇ ਹੋਏ ਹੈ, ਉਹਨੂੰ ਕਿਹਾ ਜੀ ਤਿਲ ਹੋਣਗੇ ਤਾਂ ਦੇਣੇ ਆ, ਬਾਕੀ ਅੱਲਾਹ ਤਾਲਾ ਜੀ ਤੁਹਾਡੇ ਤਿਲਾਂ 'ਚ ਬਰਕਤ ਪਾਵੇ ਜੀ। ਤੇ ਚਲੋ ਅੱਲਾਹ ਖੈਰ ਕਰੇ ਜੀ, ਅੱਲਾਹ ਤੁਹਾਨੂੰ ਖੁਸ਼ ਰੱਖੇ ਜੀ। ਬਹੁਤ ਸ਼ੁਕਰੀਆ ਜੀ, ਅੱਲਾਹ ਤਾਲਾ ਤੁਹਾਡਾ ਰਿਜ਼ਕ 'ਚ ਬਰਕਤ ਫਰਾਹਮ ਕਰੇ ਜੀ। ਤੇ ਬਹੁਤ ਸ਼ੁਕਰੀਆ ਜੀ, ਅੱਲਾਹ ਹਾਫਿਜ਼ ਜੀ।